का मेला कपालमोचन, जहां से लाखों लोगों की श्रद्धा जुड़ी हुई है और हर साल नवंबर माह में कार्तिक पूर्णिमा का स्नान कर लोग जन्म जन्म के पापों से मुक्ति पाने की कामना करते हैं। लेकिन हैरानी की बात तो यह है कि कपालमोचन मेले के बाद लोग जंगल के बीच में बने हुए एक किले पर जूते व चप्पल मारने के लिए लगभग 3 किलोमीटर पैदल जाते हैं और वहां पर एक ध्वस्त किले पर जूते मारकर एक अधर्मी राजा को गालियां तक देते हैं। पर यह किला किस राजा का था, आप भी जानकर हैरान होंगे। दरअसल यह किला राजा जरासंध का था और उसे एक विवाहिता ने राजा को श्राप देकर स्वयं सती हो गई थी और तभी से राजा जरासंध के सभी किले टीलों में तब्दील हो गए थे। राजा जरासंध अपने राज्य में रास्ते में जाने वाली डोलियों को लूटता था और नवविवाहितों को अपने साथ इसी किले में लाता था। लेकिन पाप की सज़ा हर व्यक्ति को मिलती है और ऐसा ही हुआ राजा के साथ, जब उसने एक ब्राह्मण की बेटी की डोली को लूटकर संध्या के किले में लेकर आ गया और किले में पहुंचते ही ब्राह्मण की बेटी ने श्राप देकर स्वयं एक पानी के बने कुंड में कूद गई और उसकी मौत के बाद ही राजा के सभी किले मिट्टी के टीले में तब्दील हो गए। रविंद्र कुमार जी, कोटला खास। तो हमने बुजुर्गों से सुना है जी, यहाँ से इसका किले का सारा कुछ इसमें बताया जाता है कि ये बहुत बुरा राजा था जी, जो ब्याह शादी कहीं भी होती थी गौगवांड में, उसका डोला यहाँ एक रात रखा जाता था और उसके बाद चला जाता था। तो बाद में एक पंडितों की लड़की का डोला आया यहाँ से, उसने उसको श्राप दे के गई थी, ये तो गर्भ होएगा, तब ये गर्भ होएगा। हम तो ऐसा सुनते तो आप मारते हैं जी, बातें जूते मारते हैं। मतलब अच्छा आदमी था, ये बुरे काम करता था जी। मनजीत सिंह, एक्स सार्जेंट एंड एक्स मेजर फ्रॉम RBI चंडीगढ़। ਅਸੀਂ ਸਭ ਇੱਥੇ ਸੇਵਾ ਹੀ ਕਰਦੇ ਹਾਂ ਜੀ। ਇਹ ਮੇਲੇ ਤੇ ਲਗਭਗ 5 ਦਿਨ ਲੰਗਰ ਚੱਲਦਾ ਹੈ। ਜੋ ਲੰਗਰ ਦਾ ਅਰੇਂਜਮੈਂਟ ਹੈ ਡਾਕਟਰ ਦਿਨੇਸ਼, ਇਹ ਮੰਡੀ ਗੋਬਿੰਦਗੜ੍ਹ ਤੋਂ ਆਪਣੇ ਸਾਥੀਆਂ ਦੇ ਨਾਲ ਔਰ ਲੋਕਲ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੀ ਸੇਵਾ ਨਿਭਾਈ ਜਾਂਦੀ ਹੈ। ਇਹ ਜੋ ਸਥਾਨ ਹੈ, ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ 52 ਦਿਨ ਕਪਾਲਮੋਚਨ ਰੁਕੇ ਸਨ, ਤਾਂ 52 ਦਿਨਾਂ ਵਿੱਚੋਂ 40 ਦਿਨ ਸੂਰਜ ਚੜ੍ਹਨ ਤੋਂ ਲੈ ਕੇ ਛਿਪਣ ਵੇਲੇ ਤੱਕ ਜੋ ਤਲਾਬ ਹੈ, ਇਸ ਸਥਾਨ ਤੇ ਬੈਠ ਕੇ ਮੰਗਲਾਚਰਨ ਯਾਨੀ ਏਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਯਾਨੀ ਮੂਲ ਮੰਤਰ ਦਾ ਜਾਪ ਕਰਦੇ ਸਨ। ਫਿਰ ਰਾਤ ਦਾ ਵਿਸ਼ਰਾਮ ਇਹਨਾਂ ਦਾ ਕਪਾਲਮੋਚਨ ਵਿਖੇ ਹੀ ਹੁੰਦਾ ਸੀ। ਕਿਲਾ ਜੀ ਇਸ ਤਰ੍ਹਾਂ ਹੈ, ਜਰਾਸੰਧ ਕੋਈ ਚੰਗੇ ਕੰਮ ਨਹੀਂ ਕੀਤੇ ਇਸਨੇ। ਇਹ ਜਰਾਸੰਧ ਦੇ ਦੁਆਪਰ ਯੁੱਗ ਵਿੱਚ ਇਹ ਕੰਸ ਦਾ ਸਹੁਰਾ ਸੀ, ਸਸੁਰ ਸੀ। ਇਸ ਦੀਆਂ ਦੋਨੋਂ ਬੇਟੀਆਂ ਕੰਸ ਜੀ ਦੇ ਨਾਲ ਵਿਆਹੀਆਂ ਹੋਈਆਂ ਸਨ। ਇਸ ਦੀ ਜੋ ਧਰਮ ਪਤਨੀ ਸੀ ਸੰਧਿਆਵਤੀ, ਉਹ ਬਹੁਤ ਧਰਮਾਤਮਾ ਇਸਤਰੀ ਸੀ। ਇਹ ਮਰਨ ਤੋਂ ਬਾਅਦ ਸੱਪ ਦੀ ਜੂਨ ਵਿੱਚ ਪੈ ਗਿਆ। ਉਸ ਸੰਧਿਆਵੰਤੀ ਰਾਣੀ ਨੇ ਕਈ ਜਨਮ ਲਏ ਕਿ ਮੇਰਾ ਪਤੀ ਸੱਪ ਦੀ ਜੂਨ ਚੋਂ ਮੁਕਤ ਹੋ ਜਾਏ, ਪਰ ਮੁਕਤ ਨਹੀਂ ਹੋਇਆ। ਇਹਨਾਂ ਨੇ ਦਸ਼ਮੇਸ਼ ਪਿਤਾ ਪਾਸ ਪਹੁੰਚਾ ਸਾਹਿਬ ਬੇਨਤੀ ਕੀਤੀ ਕਿ ਮੇਰੇ ਪਤੀ ਨੂੰ ਸੱਪ ਦੀ ਜੂਨ ਚੋਂ ਮੁਕਤ ਕਰੋ। ਸੋ ਸਾਹਿਬਾਂ ਨੇ ਵਚਨ ਦਿੱਤਾ ਸੀ ਕਿ ਅਸੀਂ ਕੁਝ ਸਮੇਂ ਤੋਂ ਬਾਅਦ ਅਸੀਂ ਇਸ ਨੂੰ ਮੁਕਤ ਕਰਾਂਗੇ। ਤੇ ਇਸੇ ਕਰਕੇ ਹੀ ਉਹਨਾਂ ਨੇ ਇੱਥੇ ਆ ਕੇ ਫਿਰ 40 ਦਿਨ ਮੰਗਲਾਚਰਨ ਦਾ ਉਚਾਰਨ ਕੀਤਾ ਸੀਗਾ, ਜਾਪ ਕੀਤਾ ਸੀ ਉਹਨਾਂ ਦੇ ਸਥਾਨ ਤੇ ਜੀ। ਮਨਜੀਤ ਸਿੰਘ, ਐਕਸ ਸਾਰਜੈਂਟ ਐਂਡ ਐਕਸ ਮੇਜਰ ਫਰੋਮ RBI ਚੰਡੀਗੜ੍ਹ। ਅਸੀਂ ਸਭ ਇੱਥੇ ਸੇਵਾ ਹੀ ਕਰਦੇ ਹਾਂ ਜੀ। ਇਹ ਮੇਲੇ ਤੇ ਲਗਭਗ 5 ਦਿਨ ਲੰਗਰ ਚੱਲਦਾ ਹੈ। ਜੋ ਲੰਗਰ ਦਾ ਅਰੇਂਜਮੈਂਟ ਹੈ ਡਾਕਟਰ ਦਿਨੇਸ਼, ਇਹ ਮੰਡੀ ਗੋਬਿੰਦਗੜ੍ਹ ਤੋਂ ਆਪਣੇ ਸਾਥੀਆਂ ਦੇ ਨਾਲ ਔਰ ਲੋਕਲ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੀ ਸੇਵਾ ਨਿਭਾਈ ਜਾਂਦੀ ਹੈ। ਇਹ ਜੋ ਸਥਾਨ ਹੈ, ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ 52 ਦਿਨ ਕਪਾਲਮੋਚਨ ਰੁਕੇ ਸਨ, ਤਾਂ 52 ਦਿਨਾਂ ਵਿੱਚੋਂ 40 ਦਿਨ ਸੂਰਜ ਚੜ੍ਹਨ ਤੋਂ ਲੈ ਕੇ ਛਿਪਣ ਵੇਲੇ ਤੱਕ ਜੋ ਤਲਾਬ ਹੈ, ਇਸ ਸਥਾਨ ਤੇ ਬੈਠ ਕੇ ਮੰਗਲਾਚਰਨ ਯਾਨੀ ਏਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਯਾਨੀ ਮੂਲ ਮੰਤਰ ਦਾ ਜਾਪ ਕਰਦੇ ਸਨ। ਫਿਰ ਰਾਤ ਦਾ ਵਿਸ਼ਰਾਮ ਇਹਨਾਂ ਦਾ ਕਪਾਲਮੋਚਨ ਵਿਖੇ ਹੀ ਹੁੰਦਾ ਸੀ। ਕਿਲਾ ਜੀ ਇਸ ਤਰ੍ਹਾਂ ਹੈ, ਜਰਾਸੰਧ ਕੋਈ ਚੰਗੇ ਕੰਮ ਨਹੀਂ ਕੀਤੇ ਇਸਨੇ। ਇਹ ਜਰਾਸੰਧ ਦੇ ਦੁਆਪਰ ਯੁੱਗ ਵਿੱਚ ਇਹ ਕੰਸ ਦਾ ਸਹੁਰਾ ਸੀ, ਸਸੁਰ ਸੀ। ਇਸ ਦੀਆਂ ਦੋਨੋਂ ਬੇਟੀਆਂ ਕੰਸ ਜੀ ਦੇ ਨਾਲ ਵਿਆਹੀਆਂ ਹੋਈਆਂ ਸਨ। ਇਸ ਦੀ ਜੋ ਧਰਮ ਪਤਨੀ ਸੀ ਸੰਧਿਆਵਤੀ, ਉਹ ਬਹੁਤ ਧਰਮਾਤਮਾ ਇਸਤਰੀ ਸੀ। ਇਹ ਮਰਨ ਤੋਂ ਬਾਅਦ ਸੱਪ ਦੀ ਜੂਨ ਵਿੱਚ ਪੈ ਗਿਆ। ਉਸ ਸੰਧਿਆਵੰਤੀ ਰਾਣੀ ਨੇ ਕਈ ਜਨਮ ਲਏ ਕਿ ਮੇਰਾ ਪਤੀ ਸੱਪ ਦੀ ਜੂਨ ਚੋਂ ਮੁਕਤ ਹੋ ਜਾਏ, ਪਰ ਮੁਕਤ ਨਹੀਂ ਹੋਇਆ।
ਇਹਨਾਂ ਨੇ ਦਸ਼ਮੇਸ਼ ਪਿਤਾ ਪਾਸ ਪਾਉਂਟਾ ਸਾਹਿਬ ਬੇਨਤੀ ਕੀਤੀ ਕਿ ਮੇਰੇ ਪਤੀ ਨੂੰ ਸੱਪ ਦੀ ਜੌਨ ਚੋਂ ਮੁਕਤ ਕਰੋ। ਸੋ ਸਾਹਿਬਾਂ ਨੇ ਵਚਨ ਦਿੱਤਾ ਸੀ ਕਿ ਅਸੀਂ ਕੁਝ ਸਮੇਂ ਤੋਂ ਬਾਅਦ ਅਸੀਂ ਇਸ ਨੂੰ ਮੁਕਤ ਕਰਾਂਗੇ ਤੇ ਇਸੇ ਕਰਕੇ ਹੀ ਉਹਨਾਂ ਨੇ ਇੱਥੇ ਆ ਕੇ ਫਿਰ 40 ਦਿਨ ਮੰਗਲਾਚਰਨ ਦਾ ਉਚਾਰਨ ਕੀਤਾ ਸੀਗਾ, ਜਾਪ ਕੀਤਾ ਸੀ ਉਹਨਾਂ ਇਸ ਸਥਾਨ ਤੇ। ਧਾਰੀ ਜੋ ਸੱਪ ਹੁੰਦਾ ਹੈ, ਨਾਗ ਹੁੰਦਾ ਹੈ, ਉਸ ਨੂੰ ਪੱਥਰ ਨਹੀਂ ਮਾਰਨੇ ਚਾਹੀਦੇ। ਉਸ ਦੇ ਕੋਲ ਇਤਨੀ ਪਾਵਰ ਹੁੰਦੀ ਹੈ ਕਿ ਉਹ ਇੱਕ ਮੁਕਤੀ ਨਹੀਂ ਦੇ ਸਕਦਾ, ਬਾਕੀ ਦੁਨੀਆ ਦੇ ਸਾਰੇ ਪਦਾਰਥ ਦੇ ਸਕਦਾ ਹੈ। ਉਸ ਨੂੰ ਨਹੀਂ ਮਾਰਨਾ ਚਾਹੀਦਾ। ਉਹ ਇੱਕ ਵੱਖਰੀ ਤਰ੍ਹਾਂ ਦੀ ਕਿਸਮ ਦੀ ਰੂਹ ਬਣ ਜਾਂਦੀ ਹੈ। ਠੀਕ ਹੈ, ਸਮੇਂ ਦੇ ਨਾਲ ਉਸ ਦਾ ਉਧਾਰ ਹੋ ਜਾਏਗਾ, ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ।